अब मैनू कहना है कि तू ना निकाह उन्हें तलाक खत्म होने वाली है तो तू मैं उन्हें निकाह करना चाहना। मेरी मम्मा के साथ मेरे सामने हम बिस्तरी करता था, मैंने बताया था, उसकी बहू को भी पता है इस चीज़ का। उन्होंने कहा मैं क्या पापा मैं तेनू पापा कहनी आ कि तुसी मेरे वालिद दी जगह तो मैं तेरी वालिद दी तरह इज्जत करदी, तुसी ये क्यों करना चाहते हो? वालिद कहंदे तू बुढ़ड़ी हो गई है, तेरे विच हुण ओह गल्लां नहीं है ਜਿਹੜੀਆਂ ਕੁੜੀਆਂ ਵਾਲੀਆਂ ਹੁੰਦੀਆਂ। कहना नहीं तो मैं तेरी मां नू मार दांगा, जे अपनी मां नू बचाना चाहनी है तो तू मेरे नाल ऐसा काम करना पैना तेनू। सारा उन्ना वड्डिया सी, सारा मूंह, अख भी, ए जगह भी, ਇੱਥੇ भी, सारा उन्होंने वड वड के वड्डिया सी, बाजू भी हुंदे, हर एक चीज उन्हें वड छड्डी हुंदी। अस्सलाम वालेकुम नाज़रीन, मैं हूं एडी मलिक और 60 से 70 साल खातून को उसके अपने ही शोहर ने टोकों के वार करके बेदर्दी से कत्ल कर दिया। मकतूला का कसूर सिर्फ ये था कि वो अपनी बेटियों को इस गंदे शख्स की जो बुरी नज़र सी उससे बचाना चाहती थी, लेकिन उसने इसी रंजिश की बिना पर अपनी अहलिया को मौत के घाट उतार दिया। ये शख्स कौन है और ये सारा वाकया किस तरह से हुआ? मेरे साथ मकतूला की बेटियां जो इस वक्त अपनी माँ की कब्र पर ज़ारो कतार रो रही थी, माँ की कब्र के साथ लिपट कर एक ही जो आवाज़ थी, एक ही जो पुकार थी कि वही थी कि हमें इंसाफ चाहिए। हमारी माँ को जिस बेदर्दी से कत्ल किया, इसके कातलों को सरेआम सज़ा मिलनी चाहिए। ये कातिल कौन है और किस तरह से ये सारा वाकया हुआ और इनकी माँ का कसूर क्या था? ये सारी कहानी हम उनकी बेटियों से जानते हैं। अस्सलाम वालेकुम। वालेकुम सलाम। अच्छा मेरी बहन दसो की होया सी वाकया ते किस तरह ਤੁਹਾਡੀ वालदा ਨੂੰ कत्ल किया गया? मेरी माँ घर खाना बना रहे सन, मैं 2 मिनट बाजार गई हाँ, ठीक है, कुछ चीज़ां लैने देने सी ते अम्मी कहंदे चल अच्छा तू सी ना भी मेरी कोई दोस्त आई सी ਤੇ ਉਹਨਾਂ ਦੇ ਨਾਲ ਮੈਂ ਗਈ ਹਾਂ ਤੇ ਇਹ ਘਰ ਚੰਗੇ ਭਲੇ ਠੀਕ ਠਾਕ ਛੱਡ ਕੇ ਗਈ ਹਾਂ। अब मैनू कहना है कि तू ना निकाह उन्हें तलाक खत्म होने वाली है तो तू मैं उन्हें निकाह करना चाहना। अब ਕੌਣ मैंने ਕਹਿੰਦਾ ਸੀ ਇਹ ਗੱਲ? मेरे सले वालिद ਤੁਹਾਡੇ ਸੁਤੇਲੇ ਵਾਲਿਦ ਕਹਿੰਦੇ ਸੀ ਕਿ ਤੁਹਾਡੇ ਨਾਲ ਨਿਕਾਹ ਕਰਨਾ ਚਾਹਨਾ। मेरे नाल निकाह करना चाहते सन। मेरे शौहर सामने खड़े ने, मैं इन्हां नाल 3 महीने हो गए डिवोर्स ਦਾ ਕੇਸ ਕੀਤਾ ਸੀ ਤੇ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ ਨਜ਼ਰ 'ਚ ਕੀ ਹੈ। ਅੱਛਾ। ਤੇ ਜਦੋਂ ਮੈਨੂੰ ਪਤਾ ਚੱਲਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪਾਪਾ ਮੈਂ ਤੁਹਾਨੂੰ ਪਾਪਾ ਕਹਿੰਨੀ ਆ ਕਿ ਤੁਸੀਂ ਮੇਰੇ ਵਾਲਿਦ ਦੀ ਜਗ੍ਹਾ ਤੋਂ ਮੈਂ ਤੁਹਾਡੀ ਵਾਲਿਦ ਦੀ ਤਰ੍ਹਾਂ ਇੱਜ਼ਤ ਕਰਦੀ, ਤੁਸੀਂ ਇਹ ਕਿਉਂ ਕਰਨਾ ਚਾਹੁੰਦੇ ਹੋ? ਕਹਿੰਦਾ ਨਹੀਂ ਤਾਂ ਮੈਂ ਤੇਰੀ ਮਾਂ ਨੂੰ ਮਾਰ ਦਾਂਗਾ, ਜੇ ਆਪਣੀ ਮਾਂ ਨੂੰ ਬਚਾਉਣਾ ਚਾਹਨੀ ਹੈ ਤੇ ਤੂੰ ਮੇਰੇ ਨਾਲ ਐਸਾ ਕੰਮ ਕਰਨਾ ਪੈਣਾ ਤੈਨੂੰ। ਮੈਂ ਕਿਹਾ ਤੁਸੀਂ ਇਹ ਕੰਮ ਮੈਂ ਐਕਸ਼ਨ ਲਵਾਂਗੀ, ਮੈਂ ਕਿ ਮੈਂ ਕਾਨੂੰਨ ਦਾ ਕੋਈ ਮੈਂ ਤੁਹਾਡੇ ਤੇ ਪਰਚਾ ਕਰਵਾ ਦਾਂਗੀ। ਤੁਸੀਂ ਆਪਣੀ ਮਾਂ ਨੂੰ ਨਹੀਂ ਦੱਸਿਆ ਕਿ ਇਹ ਪਿਓ ਸਾਡੇ ਨਾਲ ਕਿਸ ਤਰ੍ਹਾਂ ਦੀ ਨਜ਼ਰ ਰੱਖਦਾ? ਇਹ ਗੱਲ ਮਾਂ ਦੇ ਸਾਹਮਣੇ ਕਰ ਰਹੀ ਹੈ ਨਾ, ਮਾਂ ਨੂੰ ਤਾਂ ਬੜਾ ਉਹਨੇ ਮਜਬੂਰ ਕੀਤਾ ਨਾ। ਮਾਂ ਨੇ ਮੈਨੂੰ ਦੱਸਿਆ, ਮਾਂ ਨੇ ਮੈਨੂੰ ਕਿਹਾ ਕਿ ਪੁੱਤਰ ਇੰਝ ਇੰਝ ਗੱਲ ਹੈ, ਦੱਸ ਮੈਂ ਕੀ ਕਰਾਂ, ਮੈਂ ਕਿਸੇ ਨੂੰ ਦੱਸਾਂ ਵੀ ਸ਼ਰਮਿੰਦੀ ਹੁੰਨੀ ਆ। ਫਿਰ ਜਦੋਂ ਮੈਨੂੰ ਪਤਾ ਚੱਲਿਆ ਤੇ ਮੈਂ ਥੋੜੀ ਦੇਰ ਬਾਹਰ ਗਈ ਆ, ਮੇਰੀ ਅੰਮੀ ਨੂੰ ਆਂਦਿਆਂ ਨਾਲ ਮਾਰ ਛੱਡਿਆ। ਅੱਛਾ ਕਿ ਤੇ ਮਾਰਿਆ ਕਿਸ ਚੀਜ਼ ਦੇ ਨਾਲ ਸੀ? ਟੋਕੇ ਦੇ ਨਾਲ ਕੁਰਬਾਨੀ, ਜਿਹੜੇ ਕਸਾਈਆਂ ਵਾਂਗ ਮੇਰੀ ਮਾਂ ਨੂੰ ਜ਼ਿਬਾ ਕੀਤਾ ਇਹਨਾਂ ਨੇ, ਟੋਕੇ ਦੇ ਨਾਲ ਮਾਰਿਆ ਕੁਰਬਾਨੀ ਵਾਲੇ ਹਥਿਆਰ ਛੁਰੀਆਂ ਨਾਲ। ਕਿੰਨੇ ਕੋਨੇ ਵਾਰ ਕੀਤੇ ਸੀ ਟੋਕੇ ਤੇ? ਇਹ ਤੇ ਅੱਲਾ ਨੂੰ ਹੀ ਪਤਾ ਕਿੰਨੇ ਕੀਤੇ ਤੇ ਕਿੰਨੇ ਨਹੀਂ। ਸਿਰ ਸਾਰਾ ਉਹਨਾਂ ਵੱਢਿਆ ਸੀ, ਸਾਰਾ ਮੂੰਹ, ਅੱਖ ਵੀ, ਇਹ ਜਗ੍ਹਾ ਵੀ, ਇੱਥੇ ਵੀ, ਸਾਰਾ ਉਹਨਾਂ ਨੇ ਵੱਢ ਵੱਢ ਕੇ ਵੱਢਿਆ ਸੀ, ਬਾਜ਼ੂ ਵੀ ਹੁੰਦੇ, ਹਰ ਇੱਕ ਚੀਜ਼ ਉਹਨਾਂ ਵੱਢ ਛੱਡੀ ਹੁੰਦੀ। ਤੁਹਾਡੀ ਮਾਂ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਸ਼ਖਸ ਤੁਹਾਡੇ ਨਾਲ ਹਾਂ, ਮੇਰੇ ਨਾਲ ਗਲਤ ਕਰਨਾ ਚਾਹੁੰਦਾ ਸੀ। ਤੇ ਫਿਰ ਉਹ ਕਤਲ ਕਰਨ ਤੋਂ ਬਾਅਦ ਕਿੱਥੇ ਚਲਾ ਗਿਆ ਸੀ? ਕਤਲ ਕਰਨ ਤੋਂ ਬਾਅਦ ਉਹ ਫਰਾਰ ਹੋਇਆ, ਆਪਣੀਆਂ ਭੈਣਾਂ ਕੋਲ ਚਲੇ ਗਿਆ। ਸੁਬਾ ਨੂੰ ਉਹਨਾਂ ਨੇ ਸਾਰੀ ਮੀਟਿੰਗ ਕੀਤੀ ਹੈ, ਸੁਬਾ ਜਾ ਕੇ ਉਹਨੇ ਗੈਰਤ ਦਾ ਜਿਹੜਾ ਆਪਣਾ ਬਗੈਰਤੀ ਨੂੰ ਛੁਪਾਉਣ ਵਾਸਤੇ ਗੈਰਤ ਦਾ ਨਾਮ ਦਿੱਤਾ ਹੈ। ਕੀ ਕਹਿ ਰਹੇ ਨਾ ਉਹ ਜਿਹੜੀ ਗੈਰਤ ਕਹਿ ਰਹੇ ਨੇ, ਮੈਂ ਤੇ ਹਰ ਮਰਦ ਨੂੰ ਪੈਗਾਮ ਦਿੰਦੀ, ਹਰ ਔਰਤ ਨੂੰ ਪੈਗਾਮ ਦਿੰਦੀ ਕਿ ਹਰ ਔਰਤ ਬਗੈਰਤ ਹੋ ਗਈ ਤੇ ਮਰਦ ਗੁਨਾਹਗਾਰ ਜਿਹੜੇ ਨੇ ਉਹ ਗੈਰਤਮੰਦ ਕਿਵੇਂ ਬਣ ਸਕਦੇ ਨੇ? ਉਹ ਕਿਵੇਂ ਗੈਰਤਮੰਦ ਬਣ ਸਕਦੇ? ਉਹਨੂੰ ਜ਼ਰਾ ਜਿੰਨੀ ਸ਼ਰਮ ਨਹੀਂ ਸੀ ਹੈ ਕਿ ਉਹ ਆਪਣੀ ਬੇਟੀ ਜੈਸੀ ਬੇਟੀ ਦੇ ਨਾਲ ਜਿਹੜਾ ਹੈਗਾ ਨਾ ਨਜਾਇਜ਼ ਤਲਕਾਤ ਬਣਾ ਰਿਹਾ। ਨਾਲੋਂ ਵੱਡੀਆਂ ਉਹਦੀਆਂ ਬੇਟੀਆਂ ਨੇ ਮੇਰੇ ਨਾਲ, ਮੇਰੇ ਜਿੰਨੀਆਂ ਉਹਦੀਆਂ ਦੋਤਰੀਆਂ ਪੋਤਰੀਆਂ ਨੇ ਮੇਰੇ ਜਿਹੜੀਆਂ, ਉਹਦੀਆਂ ਦੋਤਰੀਆਂ ਪੋਤਰੀਆਂ ਮੇਰੇ ਜਿਹੜੀਆਂ ਨੇ, ਠੀਕ ਹੈ, ਉਹਨੂੰ ਸ਼ਰਮ ਨਹੀਂ ਆਈ। ਸਾਡੀ ਮਾਂ ਨੇ ਉਹਦੇ ਨਾਲ ਸ਼ਾਦੀ ਕਿਵੇਂ ਕਰ ਲਿੱਤੀ ਸੀ? ਮੇਰੀ ਮਾਂ ਨੇ ਸ਼ਾਦੀ ਕੀਤੀ ਸੀ, ਚਲੋ ਉਹ ਵੀ ਤਲਾਕਸ਼ੁਦਾ ਸਨ, ਬੜੀ ਦੇਰ ਦੇ ਮਤਲਬ ਬੈਠੇ ਸਨ, ਠੀਕ ਹੈ, ਚਲੋ ਵੀ ਉਹ ਫੌਤ ਹੋ ਗਏ, ਚਲੋ ਵੱਡਿਆਂ ਨੇ ਰਲ ਕੇ ਕਰ ਦਿੱਤੀ। ਅਸੀਂ ਤਾਂ ਸ਼ਾਦੀ ਵਿੱਚ ਵੀ ਮਤਲਬ ਵੀ ਨਹੀਂ ਸੀ ਹੈ, ਸ਼ਾਦੀ ਵਿੱਚ ਵੀ ਮੁਲਵਸ ਨਹੀਂ ਹੈ ਅਸੀਂ। ਤੁਹਾਨੂੰ ਨਹੀਂ ਸੀ ਪਤਾ ਕਿ ਤੁਹਾਡੀ ਵਾਲਦਾ ਨੇ ਇਹਦੇ ਨਾਲ ਸ਼ਾਦੀ ਕਰ ਦਿੱਤੀ? ਨਹੀਂ ਸੀ ਪਤਾ, ਮੈਨੂੰ ਤਾਂ 2 ਸਾਲ ਬਾਅਦ ਪਤਾ ਚੱਲਿਆ ਸੀ। ਮੈਨੂੰ 2 ਸਾਲ ਬਾਅਦ ਪਤਾ ਚੱਲਿਆ ਸੀ ਕਿ ਮੇਰੀ ਵਾਲਦਾ ਨੇ ਇਹਦੇ ਨਾਲ ਸ਼ਾਦੀ ਕਰ ਲਈ। ਮੈਂ ਵਾਲਦਾ ਨੂੰ ਮਨਾ ਕੀਤਾ ਸੀ, ਮੈਂ ਵਾਲਦਾ ਤੋਂ ਗਲਤੀ ਕੀਤੀ ਹੈ। ਤੇ ਤੁਹਾਡੀ ਵਾਲਦਾ ਨੂੰ ਤੁਹਾਡੇ ਸੁਤੇਲੇ ਵਾਲਿਦ ਇਕੱਲੇ ਨੇ ਕਤਲ ਕੀਤਾ ਕਿ ਉਹਦੇ ਨਾਲ ਕੋਈ ਹੋਰ ਵੀ ਸੀ? ਉਹਦੇ ਨਾਲ 2 ਹੋਰ ਨੇ, ਬਲਕਿ ਇਕੱਲਾ ਤੇ ਕਰ ਹੀ ਨਹੀਂ ਸਕਦਾ, ਉਹਦੇ 2 ਬੇਟੇ ਨਾਲ ਨੇ, ਠੀਕ ਹੈ। ਮੈਂ ਸਾਰੇ ਉਹਨਾਂ ਦੀ ਮਤਲਬ ਯਾਨੀ ਕਿ PhD ਸਾਰਾ ਮਤਲਬ ਵੀ ਪ੍ਰੂਫ ਲੈ ਲਿਆ ਉਹਨਾਂ ਦਾ। ਕੌਣ ਕੌਣ ਸੀ ਉਹਦੇ ਨਾਲ ਦੂਸਰੇ ਜਿਹੜੇ 2 ਵੱਡੇ ਮੁਲਜ਼ਮ? ਬੇਟੇ, ਇੱਕ ਉਹਦੀ ਨੂੰਹ,
ठीक है। ਇਹਨਾਂ ਦਾ ਕੀ ਨਾਮ ਹੈਗੇ ਨੇ? एक दा नाम है वे बोधी, आरिफ उर्फ बोधी, क्योंकि मैं परचे च लिखवा बैठी, मैनू नहीं सी पता ओरिजिनल नाम दा नहीं सी पता, कदी मैं पूछे ही नहीं सी, अरशद लिखवा बैठी हां। ਠੀਕ ਹੈ। अरशद नहीं, उहदा नाम आरिफ है, आरिफ उर्फ बोधी। और दूसरा खालिद उर्फ खाला, उहदी अहलिया दा नाम है नन्नी, उसी दे नाम दा मैनू नहीं पता। ਇਹਨਾਂ ਨੇ ਕਿਸ ਤਰ੍ਹਾਂ ਉਹਦੀ ਸਹੂਲਤਕਾਰੀ ਕੀਤੀ ਕੋਈ, ਜਾਂ ਕਿ ਉਹਨੂੰ ਕਿਸ ਤਰ੍ਹਾਂ ਮਾਰਿਆ? ਮਾਰਿਆ ਨੇ, ਉਹਨੂੰ ਮਾਰ ਕੇ ਜ਼ਮੀਨ ਤੇ ਬਿਲਕੁਲ ਉਹਦੇ ਵਾਲ ਵੀ ਸਾਰੇ, ਤੁਸੀਂ ਖੁਦ ਇਸ ਚੀਜ਼ ਦੇ ਗਵਾਹ ਹੋ, ਤੁਸੀਂ ਖੁਦ ਜਾ ਕੇ ਦੇਖਿਆ ਵੇ, ਜਿਸ ਤਰ੍ਹਾਂ ਜੋ ਵਾਕਿਆ ਮੌਜੂਦ ਹੈ ਉੱਥੇ ਪੇਸ਼ ਹਰ ਚੀਜ਼ ਤੁਸੀਂ ਆਪ ਦੇਖ ਕੇ ਆਏ ਹੋ। ਮਾਰ ਕੇ ਬਾਹਰ ਸੁੱਟ ਦਿੱਤਾ ਨੇ ਤੇ ਆਪ ਨੱਸ ਗਏ ਨੇ ਸਾਰੇ, ਤਾਲੇ ਲੱਗੇ ਤੁਸੀਂ ਆਪ ਦੇਖੇ ਨੇ ਸਾਰੇ, ਕਿ ਕੋਈ ਵੀ ਚੀਜ਼ ਅਗਰ ਗੁਨਾਹਗਾਰ ਨਹੀਂ ਹੈ ਘਰ ਤੇ ਬਹਿਣ। ਤੇ ਹੁਣ ਪੁਲਿਸ ਨੇ ਕਿਸੇ ਮੁਲਜ਼ਮ ਨੂੰ ਫੜਿਆ? ਮੁਲਜ਼ਮ ਨੂੰ ਕਿਸੇ ਨੂੰ ਨਹੀਂ ਫੜਿਆ। ਉਹ ਜਿਹੜਾ ਆਪ ਬਗੈਰਤ ਜਾ ਕੇ ਬੈਠਾ, ਗੈਰਤ ਨਾਲ ਜਿਹਨਾਂ ਬਣਾਇਆ ਗੈਰਤਮੰਦ ਜਾ ਕੇ ਬੈਠਾ ਹੋਵੇ, ਉਸ ਗੈਰਤਮੰਦ ਨੂੰ ਝੋਲੀ ਚ ਪਾ ਕੇ ਬੈਠੇ ਨੇ। ਉਹ ਖੁਦ ਗ੍ਰਿਫਤਾਰੀ ਦਿੱਤੀ ਹੈ? ਉਹਨੇ ਖੁਦ ਗ੍ਰਿਫਤਾਰੀ ਦਿੱਤੀ, ਮੈਂ ਪੈਸੇ ਲਾ ਕੇ ਛੁੱਟ ਜਾਵਾਂਗਾ। ਇਹ ਕੌਣ ਕਹਿੰਦਾ ਹੈਗਾ? ਉਹ ਗੁਨੇਗਾਰ, ਉਹਦਾ ਮੈਂ ਜ਼ਮੀਨ ਵੇਚਾਂਗਾ 2-4, ਮੇਰਾ ਕੀ ਹੈ, ਮੈਂ 2-4 ਲੱਖ ਦੇਵਾਂਗਾ, ਮੈਂ ਤੁਹਾਨੂੰ ਵੀ ਮਾਰ ਕੇ ਅਪੜਾ ਦਾਂਗਾ। ਤੁਹਾਨੂੰ ਵੀ ਤਾਂ ਕੋਈ ਡਰ ਹੈਗਾ ਕਿ ਤੁਹਾਡੇ ਨਾਲ ਵੀ ਕੁਝ ਹੋ ਸਕਦਾ? ਮੈਨੂੰ ਇੰਨਾ ਕੁ ਡਰ ਹੈ ਕਿ ਉਹਨਾਂ ਮੈਨੂੰ ਵੀ ਮਾਰਨਾ ਹੈ, ਕਿਉਂਕਿ ਮੈਂ ਐਕਸ਼ਨ ਮੈਂ ਲਿਆ ਉਹਨਾਂ ਦੇ ਖਿਲਾਫ, ਤੇ ਮੈਨੂੰ ਉਹਨਾਂ ਕੱਲ ਵੀ ਧਮਕੀਆਂ ਦਿੱਤੀਆਂ ਨੇ, ਜਨਾਜ਼ੇ ਤੇ ਧਮਕੀਆਂ ਦਿੱਤੀਆਂ ਉਹਨਾਂ ਨੇ। ਕੀ ਕਹਿੰਦੇ ਨੇ ਹੁਣ ਤੁਹਾਨੂੰ ਤੁਹਾਡੀ ਵਾਲਦਾ ਨੂੰ ਕਤਲ ਕਰਨ ਤੋਂ ਬਾਅਦ? ਉਹ ਕਹਿੰਦੇ ਨੇ ਤੁਹਾਡੀ ਵਾਲਦਾ ਨੂੰ ਅਸੀਂ ਮਾਰ ਦਿੱਤਾ ਹੈ, ਠੀਕ ਹੈ, ਤੇ ਤੂੰ ਤੇ ਚਲੋ ਬਚ ਗਈ ਹੋ, ਮਾਰਿਆ ਤੇ ਅਸਾਂ ਆਪਣੇ ਮਤਲਬ ਉਹਨੇ ਜਿਵੇਂ ਵੀ ਹੈ ਸੀ, ਉਹ ਤੇ ਨਹੀਂ ਨਾ ਉਹ ਚੀਜ਼ ਨੂੰ ਮੰਨਦੇ, ਅਸੀਂ ਤੇ ਮਾਰ ਦਿੱਤਾ ਹੈ, ਠੀਕ ਹੈ, ਤੇ ਜੇ ਹੁਣ ਤੂੰ ਰਹਿ ਗਈ ਹੈ ਤੇ ਤੂੰ ਵੀ ਤੇ ਜਾਣਾ ਹੀ ਹੈ। ਮੇਰੇ ਵਾਲਦਾ ਨੂੰ ਕਹਿੰਦੇ ਸੀ, ਤੂੰ ਬੁੱਢੜੀ ਹੋ ਗਈ ਹੈ, ਤੇਰੇ ਵਿੱਚ ਹੁਣ ਉਹ ਗੱਲਾਂ ਨਹੀਂ ਹੈ ਜਿਹੜੀਆਂ ਕੁੜੀਆਂ ਵਾਲੀਆਂ ਹੁੰਦੀਆਂ। ਉਸ ਘਟੀਆ ਸ਼ਖਸ ਦੀ ਆਪਣੀ ਉਮਰ ਕਿੰਨੀ ਹੈਗੀ ਸੀ ਜਿਹੜੀਆਂ ਉਹ ਇਹੋ ਜਿਹੀਆਂ ਗੱਲਾਂ ਕਰਦਾ ਸੀ? 70-80 ਸਾਲ, 70-75 साल की उम्र है, 80 साल, 70-75 साल है। नाज़रीन, आप ये इमेजिन करें कि एक शख्स जिसकी तकरीबन उम्र 60 से 70 साल है और उसके अंदर जो उसकी गंदी जो हवस भरी हुई है, वो किसी को नहीं देखता था, किसी को नहीं बख्शता था कि इसका मेरे साथ रिश्ता क्या है, ये मेरी बेटी है, ये मेरी भांजी है, ये मेरी कौन है। उसकी अंदर जो हवस थी वो बस यही थी कि किसी न किसी तरीके से ये मेरे साथ जो मेरे जो जिस्म की हवस है उसको पूरी कर दे। तो आपने कभी मना नहीं किया, उसके बेटों को नहीं बताया अभी कि आपका बाप ये किस तरह करता है? बताया था, मैंने बताया था, मेरी मम्मा के साथ मेरे सामने हम बिस्तरी करता था, मैंने बताया था, उसकी बहू को भी पता है इस चीज का, जो हमारे घर में जिस घर में रहती है ना, उसकी बहू जो है वो मतलब भाभी समीना, उनको सारा पता है। मैंने उनको बताया था कि इनको अपनी बहुओं के साथ भी इस तरह के कोई तल्लुकात रखता है? ये नहीं पता मुझे, ऐसा मैं नहीं कह आप लोगों के साथ रख सकते हैं तो वो फिर मैं नहीं कह सकती। देखिए मेरी बात जो मेरे साथ हुआ है मैं तो वो बयान कर सकती हूँ, मैं किसी के ऊपर ना इल्जाम देती हूँ ना किसी को मैं ऐसा कुछ कह सकती हूँ। इनका ये कारोबार क्या है कि जो ये कारोबार कर रोशन जी पाउडर, तो वो जो आइस कहते हैं वो बेचते हैं, चरस बेचते हैं, अफीम, ये खुद भी खाते भी हैं और बेचते भी हैं। नशे आप क्या कहना चाहोगी, क्या मुतालबा है आपका, क्या होना चाहिए इन लोगों के साथ? इनको सजा मिलनी चाहिए, मुझे कुछ नहीं, मुझे सिर्फ इतना चाहिए कि इनको सजा मिले, इनको मतलब फांसी हो। मेन कातिल 3 है, इन तीनों को सजा मिले और बाकी जो नामालूम है जो इनके साथ जो साथ देने वाले हैं उनको भी सजा हो। पुलिस क्या कहती है, कब तक हम इनको गिरफ्तार कर लेंगे? उन्होंने अभी तक कुछ नहीं मुझे बताया कि अब तक गिरफ्तार करेंगे, क्या करेंगे, तो कर लेते हैं, सब कुछ हो जाएगा। नाज़रीन, ये मकतूला रज़िया की बेटियां थी जिन्होंने अपनी माँ के साथ होने वाले जुल्म की दास्तान आपको बताई कि किस तरह से इनकी माँ को कत्ल किया गया और उसका कसूर सिर्फ ये था कि वो अपनी बेटियों की इज्जत को महफूज रखना चाहती थी। लेकिन वो शख्स उस शख्स ने जिसकी ये ख्वाहिश पूरी ना हुई तो उसने अपनी अहलिया को मौत के घाट उतार दिया। हम वो तस्वीरें, हम वो वीडियो आपको नहीं दिखा सकते कि शायद कोई इंसान किसी जानवर के साथ भी इस तरह का सलूक नहीं करता, जिस तरह का सलूक और जिस तरह के टोके के वार करके उस खातून के चेहरे को उसने ऐसे काटा था कि जैसे कोई जानवर के जिस्म के टुकड़े किए हो। तो ये जब इस तरह के हवस परस्त जो लोग होते हैं जिनका मकसद सिर्फ यही होता है कि किसी न किसी तरीके से हम किसी की बहन बेटी के साथ जो है अपनी नाजायज़ जो ख्वाहिशात होती हैं वो पूरी कर लें, तो पुलिस अब इन मुल्ज़मान की गिरफ्तारी के लिए मुख्तलिफ जगह पर छापे मार रही है। लेकिन अभी तक जो मरकज़ी मुल्ज़म जो इनका सुतेला बाप था उसने इस कत्ल के बाद ख़ुद को पुलिस के हवाले कर दिया और इनको ये कह रहा है
کہ 2-4-5 लाख रुपया देकर मैं वापस आ जाऊंगा और आप लोगों को भी नहीं छोड़ूंगा। तो सोचें कि जब कोई मुलजम इस तरह से इतना बड़ा संगीन किस्म का जुर्म करने के बाद भी उसे किसी किस्म का कोई खौफ ना हो, तो फिर वो कुछ भी कर सकता है। अब ये कानून नाफिज करने वाले अदारों को सोचना होगा कि ऐसे मुलजमान की क्या सजा होनी चाहिए। इजाजत चाहूंगा जी। मरियम नवाज को, मैम मेरी बात सुने, अगर इस तरह ही जुल्म चलता रहा तो आप भी तो एक औरत है, कल को आपको भी कोई ऐसा करके गैरत का नाम दे देगा। बिल्कुल जी, ये अब गैरत का नाम, बगैरती को गैरत का नाम दिया जा रहा है कि अब जो होना था वो हो गया। ये किस तरह से गैरत का नाम दिया जा रहा है? अच्छा, गैरत का नाम किस वजह से दिया जा रहा है? कि आपकी वालदा के कोई करैक्टर ठीक नहीं था? मेरी वालदा का करैक्टर ठीक था, बिल्कुल सही था, उसका अपना करैक्टर ठीक नहीं था। तो ठीक फिर है, ये गैरत का क्यों जिक्र किया जा रहा है? गैरत का इसलिए कि कत्ल तो कर लिया हमने, अब हम छूट जाएंगे इससे, कि हमारा किसी ने क्या करना है। ठीक है, ये तो आम एक पॉइंट बन गया ना, किसी ने, मर्द ने औरत को मार दिया अपनी गलती से या नशे से मार दिया है, वो नशा करके आया, औरत ने उसकी बात नहीं मानी, उसने मार दिया, या कोई भी हादसा हो जाता है तो वो मर गया, तो वो जी गैरत हो गई है। और मैंने उसके बाद उसके ऊपर इल्जाम लगा दो जो दिल कर। औरत तो बन गई कि कुत्ता, हाथ आ गए तो ठीक है, नहीं आ गई तो उसे मार दो। बिल्कुल नाज़रीन, हम इसी केस के मुतल्लिक जो मकतूला की जो बहन है उससे भी बात करके आपसे उनकी मुलाकात करवाएंगे कि ये जो शख्स है जिसने इनकी बहन को कत्ल किया वो कैसा था। अगली वीडियो में उनसे भी मुलाकात करवाते हैं, तब तक के लिए अल्लाह निगहबान।